गुरु प्यारी गुरु सवारी साध संगत जी। ਸ਼ਲੋਕ ਮਹਿਲਾ 9ਵਾਂ ਦੀ ਲੜੀਵਾਰ ਵਿਚਾਰ ਦੇ ਭਾਗ ਨੰਬਰ 19 ਦੀ ਆਰੰਭਤਾ ਤੋਂ ਪਹਿਲਾਂ ਫਤਿਹ ਨਾਲ ਪਾਓ ਸਾਂਝ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਨ੍ਹਾਂ ਸ਼ਲੋਕਾਂ ਵਿੱਚ ਮਨ ਨੂੰ ਸੰਬੋਧਨ ਕਰਕੇ ਮਨੁੱਖਤਾ ਨੂੰ ਜੀਣ ਦਾ ਢੰਗ ਦੱਸਦੇ ਨੇ, ਜੀਵਨ ਦਾ ਮਨੋਰਥ ਦੱਸਦੇ ਹਨ। ਸ਼ਲੋਕ ਨੰਬਰ 37 ਅੰਦਰ ਬਖਸ਼ਿਸ਼ ਕਰਦੇ ਹਨ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿੱਤਰ ਜਿਉ, ਛਾੜਿਤ ਨਾਹਿਨ ਭੀਤ। ਮਾਇਆ ਮੈਂ ਤੋਂ ਭਾਵ ਹੈ ਮਾਇਆ ਵਿੱਚ, ਰਮ ਰਹਿਓ ਤੋਂ ਭਾਵ ਹੈ ਲੀਨ ਹੋ ਗਿਆ, ਨਿਕਸਤ ਤੋਂ ਭਾਵ ਹੈ ਨਿਕਲਦਾ, ਚਿੱਤਰ ਤੋਂ ਭਾਵ ਹੈ ਤਸਵੀਰ, ਭੀਤ ਕਹਿੰਦੇ ਨੇ ਕੰਧ ਨੂੰ। ਇਸ ਸ਼ਲੋਕ ਦੇ ਅੱਖਰੀ ਅਰਥ ਇਸ ਤਰ੍ਹਾਂ ਬਣਦੇ ਨੇ ਕਿ ਸਾਹਿਬ ਜੀ ਕਹਿੰਦੇ ਹਨ, ਹੇ ਜੀਵ, ਇਹ ਮਨ ਮਾਇਆ ਵਿੱਚ ਲੀਨ ਹੋ ਗਿਆ, ਮਾਇਆ ਦੇ ਜਾਲ ਵਿੱਚੋਂ ਇਹ ਬਾਹਰ ਨਿਕਲਦਾ ਹੀ ਨਹੀਂ, ਮਾਇਆ ਨੂੰ ਛੱਡਦਾ ਹੀ ਨਹੀਂ। ਹੇ ਨਾਨਕ, ਜਿਵੇਂ ਕੰਧ 'ਤੇ ਬਣੀ ਕੋਈ ਮੂਰਤੀ ਹੋਵੇ ਜਾਂ ਕੰਧ 'ਤੇ ਬਣਿਆ ਕੋਈ ਚਿੱਤਰ ਹੋਵੇ, ਉਹ ਕੰਧ ਨੂੰ ਛੱਡਦਾ ਨਹੀਂ, ਬਸ ਇਸੇ ਤਰ੍ਹਾਂ ਮਨ ਮਾਇਆ ਨੂੰ ਛੱਡਦਾ ਨਹੀਂ। ਇਹ ਸਨ ਸ਼ਲੋਕ ਦੇ ਅੱਖਰੀ ਅਰਥ। ਜਦੋਂ ਭਾਵ ਅਰਥ ਕਰਾਂਗੇ ਤਾਂ ਸਾਹਿਬ ਜੀ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ, ਹੇ ਮਨ, ਜਿਹੜਾ ਮਨੁੱਖ ਇਹ ਸਮਝੇ ਕਿ ਮੈਨੂੰ ਸਭ ਪਤਾ ਹੈ, ਦੂਜੇ ਨੂੰ ਕੁਝ ਪਤਾ ਹੀ ਨਹੀਂ, ਮੈਨੂੰ ਗਿਆਨ ਹੈ, ਦੂਜੇ ਨੂੰ ਹੈ ਹੀ ਨਹੀਂ, ਜੋ ਕੁਝ ਮੈਂ ਕਰ ਸਕਦਾ ਨਾ ਉਹ ਕੋਈ ਹੋਰ ਕਰ ਹੀ ਨਹੀਂ ਸਕਦਾ, ਮੇਰੀ ਇੱਜ਼ਤ ਹੈ ਪਰ ਦੂਜੇ ਦੀ ਇੱਜ਼ਤ ਸਮਝਦਾ ਹੀ ਨਹੀਂ। ਜਿਸ ਨੂੰ ਮੇਰਾ ਘਰ, ਮੇਰਾ ਪਰਿਵਾਰ, ਮੇਰੇ ਬੱਚੇ, ਮੇਰਾ ਪੈਸਾ ਇਹ ਤਾਂ ਸਭ ਦਿਸਦਾ ਹੈ, ਪਰ ਕਿਸੇ ਦੂਸਰੇ ਦਾ ਕੁਝ ਵੀ ਦਿਸਦਾ ਨਹੀਂ ਨਾ। ਜਿਹੜਾ ਮੈਂ, ਮੇਰੀ, ਮੇਰਾ, ਮੈਨੂੰ ਦੇ ਪ੍ਰਭਾਵ ਅੰਦਰ ਜੀਂਦਾ ਹੈ, ਉਸ ਮਨੁੱਖ ਦਾ ਮਨ ਮਾਇਆ ਵਿੱਚ ਲੀਨ ਹੋ ਗਿਆ ਹੈ। ਐਸੇ ਮਨੁੱਖ ਦਾ ਮਨ ਮਾਇਆ ਵਿੱਚ ਲੀਨ ਹੋ ਗਿਆ ਹੈ, ਭਾਵ ਕਿ ਮਾਇਆ ਧਾਰੀ ਹੋ ਗਿਆ। ਅਤੇ ਮਾਇਆ ਧਾਰੀ ਬਾਰੇ ਸਾਹਿਬ ਦਾ ਬਚਨ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬਹੁਰੋਲ ਕਚੋਲਾ। ਮਾਇਆ ਧਾਰੀ ਦਾ ਮਤਲਬ ਪਤਾ ਹੈ? ਮਾਇਆ ਧਾਰੀ ਕਿਹਨੂੰ ਕਹਿੰਦੇ ਨੇ? ਮਾਇਆ ਧਾਰੀ ਦਾ ਮਤਲਬ ਹੈ ਜਿਸ ਮਨੁੱਖ ਦੇ ਪੈਰ ਮਾਇਆ ਵੱਲ ਚੱਲਣ, ਹੱਥ ਮਾਇਆ ਲਈ ਹੀ ਕੁਛ ਕਰਨ, ਜ਼ੁਬਾਨ ਮਾਇਆ ਵਾਲੇ ਬੋਲ ਬੋਲੇ, ਅੱਖਾਂ ਵਿੱਚ ਵੀ ਮਾਇਆ, ਕੰਨਾਂ ਵਿੱਚ ਵੀ ਮਾਇਆ, ਦਿਮਾਗ ਵਿੱਚ ਵੀ ਮਾਇਆ, ਵਿਚਾਰਾਂ ਵਿੱਚ ਵੀ ਮਾਇਆ, ਸੋਚ ਵਿੱਚ ਵੀ ਮਾਇਆ, ਭਾਵ ਕਿ ਸਿਰ ਤੋਂ ਪੈਰਾਂ ਤੱਕ ਮਾਇਆ ਦਾ ਹੀ ਧਰ, ਮਾਇਆ ਦਾ ਹੀ ਆਸਰਾ ਹੈ। ਮਾਇਆ ਹੀ ਧਰੀ ਬੈਠਾ ਹੈ, ਉਹ ਮਨੁੱਖ ਮਾਇਆ ਧਾਰੀ ਹੈ। ਇਸੇ ਤਰ੍ਹਾਂ ਅੰਮ੍ਰਿਤ ਧਾਰੀ ਵੀ ਉਹ ਨਹੀਂ ਜਿਹਨੇ ਖੰਡੇ ਦੀ ਪੌਲ ਲੈ ਲਈ। ਖੰਡੇ ਦੀ ਪੌਲ ਲੈ ਕੇ ਕੋਈ ਅੰਮ੍ਰਿਤ ਧਾਰੀ ਨਹੀਂ। ਹਕੀਕਤ ਵਿੱਚ ਜਿਸ ਦੇ ਵਿਚਾਰਾਂ ਵਿੱਚ ਅੰਮ੍ਰਿਤ ਹੈ, ਜਿਸ ਦੀ ਸੋਚ ਵਿੱਚ ਅੰਮ੍ਰਿਤ ਹੈ, ਜਿਹਦੀਆਂ ਅੱਖਾਂ ਵਿੱਚ ਵੀ ਅੰਮ੍ਰਿਤ ਹੈ, ਜਿਹਦੇ ਕੰਨਾਂ ਵਿੱਚ ਵੀ ਅੰਮ੍ਰਿਤ ਹੈ, ਜਿਹਦੀ ਜ਼ੁਬਾਨ ਉੱਤੇ ਵੀ ਅੰਮ੍ਰਿਤ ਹੈ, ਜਿਹਦੇ ਹੱਥਾਂ ਦੇ ਕਰਮ ਵਿੱਚ ਵੀ ਅੰਮ੍ਰਿਤ ਹੈ, ਭਾਵ ਹਰ ਥਾਂ ਦੇ ਉੱਤੇ ਅੰਮ੍ਰਿਤ ਵਰਸਦਾ ਹੈ। ਹਰ ਪਾਸੇ ਅੰਮ੍ਰਿਤ ਹੀ ਧਰਿਆ ਹੈ, ਹਰ ਪਾਸੇ ਅੰਮ੍ਰਿਤ ਹੀ ਅੰਮ੍ਰਿਤ ਹੈ। ਅੰਮ੍ਰਿਤ ਦਾ ਹੀ ਆਸਰਾ ਅਤੇ ਅੰਮ੍ਰਿਤ ਦੇ ਆਸਰੇ ਹੀ ਜਿੰਦੇ ਹਨ, ਉਹਨੂੰ ਅੰਮ੍ਰਿਤਧਾਰੀ ਕਹਿੰਦੇ ਨੇ। ਭਾਵ ਕਿ ਜਿਹੜਾ ਅੰਮ੍ਰਿਤ ਦੇ ਆਸਰੇ ਜਿੰਦਾ ਹੈ ਉਹ ਅੰਮ੍ਰਿਤਧਾਰੀ, ਅਤੇ ਜਿਹੜਾ ਮਾਇਆ ਦੇ ਆਸਰੇ ਜੀ ਰਿਹਾ ਹੈ ਉਹ ਮਾਇਆਧਾਰੀ ਹੈ। ਅਤੇ ਜਿਹੜਾ ਮਾਇਆਧਾਰੀ ਹੋ ਗਿਆ, ਸਾਹਿਬ ਕਹਿੰਦੇ ਅਤ ਅੰਨਾ, ਇਹਨੂੰ ਦਿਸਦਾ ਹੀ ਨਹੀਂ ਕਿ ਜਿਹੜੇ ਲੋਕ ਮਾਇਆ ਮਗਰ ਲੱਗੇ ਉਹਨਾਂ ਦਾ ਹਸ਼ਰ ਕੀ ਹੋਇਆ। ਇਹਨੂੰ ਦਿਸਦਾ ਹੀ ਨਹੀਂ ਕਿ ਜਿਸ ਮਾਇਆ ਨੂੰ ਮੈਂ ਆਪਣਾ ਸਮਝੀ ਬੈਠਾ, ਇਸ ਮਾਇਆ ਨੂੰ ਹੋਰਾਂ ਕਈਆਂ ਨੇ ਆਪਣਾ ਬਣਾਇਆ, ਪਰ ਇਹ ਤਾਂ ਕਿਸੇ ਦੀ ਹੋਈ ਨਹੀਂ। ਇਹਨੂੰ ਦਿਸਦਾ ਹੀ ਨਹੀਂ ਕਿ ਮਾਇਆ ਦੇ ਮਗਰ ਲੱਗੇ ਮਨੁੱਖ ਕਿਹੋ ਜਿਹਾ ਜੀਵਨ ਜੀ ਰਹੇ ਨੇ, ਨਹੀਂ ਦਿਸਦਾ, ਅੱਤ ਦਾ ਅੰਨਾ ਹੈ।
ਤੇ ਬੋਲਾ ਵੀ ਹੈ ਕਿਉਂਕਿ ਗੁਰ ਸ਼ਬਦ ਨਾ ਸੁਣਈ, ਗੁਰੂ ਦਾ ਉਪਦੇਸ਼ ਸੁਣਦਾ ਹੀ ਨਹੀਂ, ਗੁਰੂ ਦੀ ਸਿੱਖਿਆ ਸੁਣਦਾ ਹੀ ਨਹੀਂ, ਆਪਣੇ ਜ਼ਮੀਰ ਦੀ ਆਵਾਜ਼ ਸੁਣਦਾ ਨਹੀਂ, ਅੰਤਰ ਆਤਮੇ ਦੀ ਆਵਾਜ਼ ਸੁਣਦਾ ਹੀ ਨਹੀਂ, ਸੱਚ ਦੀ ਆਵਾਜ਼ ਸੁਣਦਾ ਹੀ ਨਹੀਂ, ਕਿਉਂਕਿ ਇਹਦੇ 'ਤੇ ਮਾਇਆ ਦਾ ਪ੍ਰਭਾਵ ਹੀ ਇੰਨਾ ਪੈ ਗਿਆ ਹੈ। ਤਾਂ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਦਾ ਮਨ ਮਾਇਆ ਧਾਰੀ ਹੋ ਗਿਆ, ਜਿਸ ਮਨੁੱਖ ਦਾ ਮਨ ਮਾਇਆ ਵਿੱਚ ਲੀਨ ਹੋ ਗਿਆ, ਹੇ ਮਿੱਤਰ, ਉਹ ਮਨ ਮਾਇਆ ਵਿੱਚੋਂ ਬਾਹਰ ਨਹੀਂ ਆਉਂਦਾ, ਮਾਇਆ ਦੇ ਜਾਲ ਵਿੱਚੋਂ ਬਾਹਰ ਨਿਕਲਦਾ ਹੀ ਨਹੀਂ। ਹੇ ਨਾਨਕ, ਮਨ ਦੀ ਮਾਇਆ ਨਾਲ ਪਕੜ ਇਸ ਤਰ੍ਹਾਂ ਦੀ ਹੈ ਜਿਵੇਂ ਕਿਸੇ ਮੂਰਤੀ ਜਾਂ ਤਸਵੀਰ ਦੀ ਪਕੜ ਕੰਧ ਦੇ ਨਾਲ ਹੁੰਦੀ ਹੈ। ਜਿਵੇਂ ਕਿਸੇ ਕੰਧ ਉੱਤੇ ਕੋਈ ਮੂਰਤੀ ਬਣਾ ਦਈਏ ਜਾਂ ਕੋਈ ਚਿੱਤਰ ਬਣਾ ਦਈਏ, ਕੋਈ ਫੋਟੋ ਬਣਾ ਦਈਏ, ਅਤੇ ਉਹ ਚਿੱਤਰ ਕੰਧ ਨੂੰ ਛੱਡਦਾ ਨਹੀਂ, ਨਾ ਤੇ ਕੰਧ ਚਿੱਤਰ ਛੱਡਦੀ ਹੈ ਅਤੇ ਨਾ ਚਿੱਤਰ ਕੰਧ ਨੂੰ ਛੱਡਦਾ ਹੈ। ਬਸ ਇਸੇ ਤਰ੍ਹਾਂ ਹੀ ਮਾਇਆ ਵਿੱਚ ਲੀਨ ਹੋਇਆ ਮਨ ਮਾਇਆ ਨੂੰ ਤਿਆਗਦਾ ਨਹੀਂ। ਨਾ ਮਾਇਆ ਇਹੋ ਜਿਹੇ ਮਨ ਨੂੰ ਛੱਡਦੀ ਹੈ ਅਤੇ ਨਾ ਮਨ ਮਾਇਆ ਨੂੰ ਛੱਡਦਾ ਹੈ। ਇਹਨਾਂ ਦੀ ਪਕੜ ਹੀ ਇਹੋ ਜਿਹੀ ਬਣ ਗਈ ਹੈ। ਅਤੇ ਸੱਚ ਜਾਣਿਓ, ਇਸ ਮਾਇਆ ਦੀ ਪਕੜ ਕਾਰਨ ਮਨੁੱਖ ਦੀ ਜਿਹੜੀ ਚਾਹਤ ਸੀ, ਮਨੁੱਖ ਨੂੰ ਜੋ ਚਾਹੀਦਾ ਸੀ, ਉਹਦੇ ਵਿੱਚ ਤਬਦੀਲੀ ਆ ਗਈ, ਉਹਦੇ ਵਿੱਚ ਬਦਲ ਆ ਗਿਆ, ਉਹਦੇ ਵਿੱਚ ਬਦਲਾਓ ਆ ਗਿਆ। ਤਾਂ ਮੇਰੇ ਸਤਿਗੁਰੂ ਜੀ ਅਗਲੇ ਸ਼ਲੋਕ ਨੰਬਰ 38 ਅੰਦਰ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਂਸੀ ਗਲ ਭਰੀ। ਚਾਹਤ ਤੋਂ ਭਾਵ ਚਾਹੀਦਾ ਹੈ ਜਾਂ ਜ਼ਰੂਰਤ, ਕਛ ਔਰ ਤੋਂ ਭਾਵ ਕੁਛ ਹੋਰ, ਭਈ ਤੋਂ ਭਾਵ ਹੈ ਹੋ ਗਈ, ਚਿਤਵਤ ਦਾ ਮਤਲਬ ਹੈ ਚਿਤਾਰਨਾ ਜਾਂ ਚੇਤੇ ਵਿੱਚ ਬਣਾਉਣਾ, ਘੜਨਾ। ਪਰੀ ਤੋਂ ਭਾਵ ਹੈ ਪਈ ਹੋਈ। ਠਗੌਰ ਤੋਂ ਭਾਵ ਹੈ ਠੱਗਣ ਦੇ ਤਰੀਕੇ, ਠੱਗਣ ਦੇ ਵਿਚਾਰ। ਇਸ ਸ਼ਲੋਕ ਦੇ ਅੱਖਰੀ ਅਰਥ ਇਸ ਤਰ੍ਹਾਂ ਹਨ ਕਿ ਮੇਰੇ ਸਾਹਿਬ ਜੀ ਕਹਿੰਦੇ ਹਨ, ਹੇ ਜੀਵ, ਮਨ ਮਾਇਆ ਵਿੱਚ ਲੀਨ ਹੋਣ ਕਰਕੇ ਮਨੁੱਖ ਚਾਹੁੰਦਾ ਕੁਝ ਹੋਰ ਹੈ ਪਰ ਹੁੰਦਾ ਕੁਝ ਹੋਰ ਹੈ। ਹੇ ਨਾਨਕ, ਮਨੁੱਖ ਦੂਜਿਆਂ ਨੂੰ ਠੱਗਣ ਦੀਆਂ ਸੋਚਾਂ ਸੋਚਦਾ ਹੈ, ਧੋਖਾ ਕਰਨ ਦੀ ਵਿਚਾਰ ਕਰਦਾ ਹੈ, ਪਰ ਜਾਣਦਾ ਹੀ ਨਹੀਂ ਕਿ ਇਹ ਫਾਂਸੀ ਮਨੁੱਖ ਦੇ ਗਲ ਵਿੱਚ ਪਈ ਹੋਈ ਹੈ। ਇਹ ਸਨ ਸ਼ਲੋਕ ਦੇ ਅੱਖਰੀ ਅਰਥ ਅਤੇ ਭਾਵ ਅਰਥਾਂ ਵਿੱਚ ਮੇਰੇ ਸਤਿਗੁਰੂ ਜੀ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਹਨ, ਹੇ ਮਨ, ਇਸ ਜੀਵ ਦਾ, ਇਸ ਮਨੁੱਖ ਦਾ ਮਨ ਮਾਇਆ ਵਿੱਚ ਲੀਨ ਹੋਣ ਕਰਕੇ, ਮਾਇਆ ਧਾਰੀ ਹੋਣ ਕਰਕੇ ਮਨੁੱਖ ਦੀ ਤਾਂ ਜ਼ਰੂਰਤ ਹੀ ਬਦਲ ਗਈ, ਮਨੁੱਖ ਦੀ ਤਾਂ ਚਾਹਤ ਹੀ ਬਦਲ ਗਈ। ਮਨੁੱਖ ਨੂੰ ਤਾਂ ਚਾਹੀਦਾ ਸੀ ਖਲਕਤ ਨਾਲ ਪਿਆਰ ਕਰੇ, ਪਰ ਮਾਇਆ ਧਾਰੀ ਹੋਣ ਕਰਕੇ ਇਹ ਸਾਰਿਆਂ ਨਾਲ ਹੀ ਨਫ਼ਰਤ ਕਰਨ ਲੱਗ ਗਿਆ। ਮਨੁੱਖ ਨੂੰ ਤਾਂ ਚਾਹੀਦਾ ਸੀ ਮਜ਼ਲੂਮ ਜਾਂ ਮਜਬੂਰ 'ਤੇ ਦਇਆ ਕਰੇ, ਪਰ ਇਹ ਤਾਂ ਕਿਸੇ ਦੀ ਜ਼ਰੂਰਤ, ਕਿਸੇ ਦੀ ਮਜਬੂਰੀ ਦਾ ਫਾਇਦਾ ਲੈਣ ਲੱਗ ਗਿਆ। ਮਨੁੱਖ ਨੂੰ ਤਾਂ ਚਾਹੀਦਾ ਸੀ ਸੰਤੋਖੀ ਹੋਣਾ, ਪਰ ਇਹ ਤ੍ਰਿਸ਼ਨਾਲੂ ਹੋ ਗਿਆ, ਲਾਲਚੀ ਹੋ ਗਿਆ। ਮਨੁੱਖ ਨੂੰ ਤਾਂ ਚਾਹੀਦਾ ਸੀ ਕਿ ਭਲਾ ਕੰਮ ਕਰੇ, ਭਲਾਈ ਕਰੇ, ਪਰ ਇਹ ਤਾਂ ਬੁਰਾਈਆਂ ਵਾਲੇ ਰਾਹ ਤੁਰ ਪਿਆ। ਮਨੁੱਖ ਨੂੰ ਤਾਂ ਚਾਹੀਦਾ ਸੀ ਗੁਣਾਂ ਵਾਲਾ ਜੀਵਨ ਜੀਵੇ, ਪਰ ਮਾਇਆ ਵਿੱਚ ਲੀਨ ਹੋਣ ਕਰਕੇ, ਮਾਇਆਧਾਰੀ ਹੋਣ ਕਰਕੇ ਮਨੁੱਖ ਔਗਣ ਹੀ ਇਕੱਠੇ ਕਰਨ ਲੱਗ ਗਿਆ, ਔਗਣਾਂ ਵਾਲੇ ਰਾਹ 'ਤੇ ਤੁਰ ਪਿਆ। ਮਤਲਬ ਕਿ ਮਨੁੱਖ ਦੀ ਚਾਹਤ ਕੁਝ ਹੋਰ ਸੀ, ਪਰ ਬਦਲ ਹੀ ਗਈ, ਹੋਰ ਦੀ ਹੋਰ ਹੀ ਹੋ ਗਈ। ਔਰੇ ਕੀ ਔਰੇ ਭਈ, ਹੋਰ ਦੀ ਹੋਰ ਬਣ ਗਈ, ਜੋ ਚਾਹੀਦਾ ਸੀ ਉਹ ਹੈ ਨਹੀਂ। ਇਸ ਲਈ ਮਾਇਆ ਵਿੱਚ ਲੀਨ ਹੋਇਆ ਮਨੁੱਖ ਆਪਣੇ ਚੇਤੇ ਅੰਦਰ, ਆਪਣੀ ਯਾਦ ਅੰਦਰ, ਆਪਣੇ ਦਿਮਾਗ ਅੰਦਰ ਹੋਰਾਂ ਨਾਲ ਠੱਗੀ ਕਰਨ ਦੇ ਵਿਚਾਰ ਬਣਾਉਂਦਾ ਹੈ, ਹੋਰਾਂ ਨੂੰ ਲੁੱਟਣ ਦੇ ਵਿਚਾਰ ਪੈਦਾ ਹੁੰਦੇ ਨੇ, ਸੋਚਾਂ ਸੋਚਦਾ ਹੈ। ਅਤੇ ਹੇ ਨਾਨਕ, ਇਹੀ ਤਾਂ ਮਾਇਆ ਜਾਲ ਹੈ, ਇਹੀ ਤਾਂ ਫਾਂਸੀ ਹੈ ਜੋ ਮਨੁੱਖ ਦੇ ਗਲ ਵਿੱਚ ਪਈ ਹੋਈ ਹੈ। ਇਸੇ ਫਾਂਸੀ ਵਿੱਚ ਫਸਿਆ ਹੋਇਆ ਜੀਵ ਬੜਾ ਦੁਖੀ ਹੁੰਦਾ ਹੈ, ਪਛਤਾਉਂਦਾ ਹੈ, ਬੜਾ ਦੁੱਖ ਪਾਉਂਦਾ ਹੈ।
ਸੁਖੀ ਹੋਣਾ ਚਾਹੁੰਦਾ ਹੈ ਤਾਂ ਮੇਰੇ ਸਤਿਗੁਰੂ ਜੀ ਸ਼ਲੋਕ ਨੰਬਰ 39 ਅੰਦਰ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ, ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਜਤਨ ਤੋਂ ਭਾਵ ਕੋਸ਼ਿਸ਼ ਜਾਂ ਉਦਮ ਉਪਰਾਲਾ। ਸੁਖ ਕੇ ਤੋਂ ਭਾਵ ਸੁੱਖਾਂ ਵਾਸਤੇ। ਕੋਏ ਤੋਂ ਭਾਵ ਕੋਈ ਵੀ। ਭਾਵੈ ਤੋਂ ਭਾਵ ਚੰਗਾ ਲੱਗੇ। ਸੋ ਤੋਂ ਭਾਵ ਹੈ ਉਹ ਹੀ। ਇਸ ਸ਼ਲੋਕ ਦੇ ਅੱਖਰੀ ਅਰਥ ਇਸ ਤਰ੍ਹਾਂ ਹਨ ਕਿ ਸਾਹਿਬ ਜੀ ਕਹਿੰਦੇ ਹਨ, ਹੇ ਜੀਵ, ਮਨੁੱਖ ਨੇ ਸੁੱਖਾਂ ਵਾਸਤੇ ਤਾਂ ਬੜੇ ਹੀ ਯਤਨ ਕੀਤੇ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਦੁੱਖਾਂ ਵਾਸਤੇ ਕੋਈ ਵੀ ਯਤਨ ਨਹੀਂ ਕੀਤਾ, ਅਤੇ ਦੁੱਖ ਬਿਨਾਂ ਯਤਨ ਕੀਤੇ ਹੀ ਮਿਲ ਜਾਂਦੇ ਨੇ। ਤਾਂ ਮਨ ਨੂੰ ਆਖ ਨਾਨਕ, ਓਏ ਮਨਾ ਸੁਣ, ਪ੍ਰਭੂ ਪਰਮਾਤਮਾ ਨੂੰ ਜੋ ਚੰਗਾ ਲੱਗੇ ਹੋਣਾ ਉਹੀ ਹੈ। ਇਹ ਸਨ ਸ਼ਲੋਕ ਦੇ ਅੱਖਰੀ ਅਰਥ। ਅਤੇ ਜਦੋਂ ਭਾਵ ਅਰਥਾਂ ਨੂੰ ਸਮਝੀਏ ਤਾਂ ਸਾਹਿਬ ਜੀ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਹਨ, ਹੇ ਮਨ, ਮਾਇਆ ਜਾਲ ਵਿੱਚ ਫਸਿਆ ਹੋਇਆ ਮਨੁੱਖ, ਇਸ ਫਾਂਸੀ ਵਿੱਚ ਜਕੜਿਆ ਹੋਇਆ ਮਨੁੱਖ ਬੜਾ ਹੀ ਦੁਖੀ ਹੁੰਦਾ ਹੈ, ਦੁੱਖ ਪਾਉਂਦਾ ਹੈ। ਜੋ ਸੁੱਖਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਜੋ ਸੁੱਖ ਚਾਹੁੰਦਾ ਹੈ ਅਤੇ ਸੁੱਖਾਂ ਦੀ ਪ੍ਰਾਪਤੀ ਲਈ ਸੁੱਖਾਂ ਵਾਸਤੇ ਬੜੇ ਯਤਨ ਕਰਦਾ ਹੈ, ਬੜੀਆਂ ਕੋਸ਼ਿਸ਼ਾਂ ਕਰਦਾ ਹੈ, ਪਰ ਅਫਸੋਸ ਕਿ ਸਾਰੇ ਉਪਰਾਲੇ ਸੁੱਖਾਂ ਲਈ ਹੀ ਕਰਦਾ ਹੈ, ਦੁੱਖਾਂ ਵਾਸਤੇ ਕੋਈ ਵੀ ਯਤਨ ਨਹੀਂ ਕਰਦਾ। ਹੁਣ ਇੱਥੇ ਇਸ ਰਮਜ ਨੂੰ ਸਮਝਣਾ ਗੁਰੂ ਕੇ ਪਿਆਰਿਓ ਕਿ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਨੇ, ਕਿਉਂਕਿ ਸਾਡੇ ਸਾਹਮਣੇ ਅਰਥ ਇਹ ਕਰ ਦਿੱਤੇ ਗਏ ਕਿ ਮਨੁੱਖ ਨੂੰ ਸੁੱਖਾਂ ਲਈ ਬੜੇ ਯਤਨ ਕਰਨੇ ਪੈਂਦੇ ਨੇ, ਬੜੀਆਂ ਕੋਸ਼ਿਸ਼ਾਂ ਕਰਦਾ ਹੈ ਤਾਂ ਕਿਤੇ ਇਹ ਮਨੁੱਖ ਸੁਖੀ ਹੁੰਦਾ ਹੈ। ਬਿਨਾਂ ਯਤਨ ਦੇ ਸੁੱਖ ਨੂੰ ਮਿਲਦਾ ਹੀ ਨਹੀਂ। ਪਰ ਜਿਹੜੇ ਦੁੱਖ ਨੇ ਨਾ, ਉਹ ਦੁੱਖਾਂ ਵਾਸਤੇ ਕੋਈ ਯਤਨ ਨਹੀਂ ਕਰਦਾ, ਪਰ ਫਿਰ ਵੀ ਦੁਖੀ ਹੁੰਦਾ ਹੈ, ਦੁੱਖ ਪਾਉਂਦਾ ਹੈ। ਮਤਲਬ ਕਿ ਦੁੱਖ ਬਿਨਾਂ ਕਿਸੇ ਯਤਨ ਦੇ, ਬਿਨਾਂ ਕਿਸੇ ਕੋਸ਼ਿਸ਼ ਦੇ ਹੀ ਜੀਵਨ ਵਿੱਚ ਆ ਜਾਂਦੇ ਨੇ, ਜੋ ਪਰਮਾਤਮਾ ਦੀ ਹੀ ਮਰਜ਼ੀ ਹੈ। ਕਿਉਂਕਿ ਹਰ ਭਾਵੈ ਸੋ ਹੋਏ, ਪਰਮਾਤਮਾ ਦੀ ਮਰਜ਼ੀ 'ਤੇ ਲਾ ਦਿੱਤਾ ਜਾਂਦਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਮਰਜ਼ੀ ਪ੍ਰਭੂ ਦੀ ਹੀ ਹੈ, ਮਨੁੱਖ ਦੀ ਨਹੀਂ, ਤਾਂ ਫਿਰ ਸੁੱਖਾਂ ਲਈ ਯਤਨ ਕਿਉਂ? ਦੁੱਖ ਕਿਸ ਵਾਸਤੇ ਨੇ? ਕੀ ਪ੍ਰਭੂ ਨਿਰਦਈ ਹੈ? ਕਿ ਉਸ ਨੂੰ ਦੁੱਖ ਦੇ ਕੇ ਕੋਈ ਮਜ਼ਾ ਆਉਂਦਾ ਹੈ? ਕਿ ਉਸ ਨੂੰ ਦਇਆ ਨਹੀਂ ਆਉਂਦੀ? ਜੇ ਉਹ ਦਇਆਵਾਨ ਹੈ ਤਾਂ ਦੁੱਖ ਦੇ ਹੀ ਨਹੀਂ ਸਕਦਾ। ਵਿਚਾਰਨ ਵਾਲੀ ਗੱਲ ਹੈ ਨਾ। ਇਸ ਵਾਸਤੇ ਜਿਹੜੇ ਅਰਥ ਸਾਡੇ ਸਾਹਮਣੇ ਕੀਤੇ ਗਏ, ਮੇਰੇ ਖਿਆਲ ਇਹ ਅਰਥ ਇਸ ਸ਼ਲੋਕ ਦੇ ਨਹੀਂ ਹੋ ਸਕਦੇ। ਇਸ ਸ਼ਲੋਕ ਦੇ ਅਰਥ ਜੋ ਮੇਰੀ ਸਮਝ ਵਿੱਚ ਆਏ ਨੇ, ਮੈਂ ਆਪ ਜੀ ਦੇ ਨਾਲ ਸਾਂਝ ਕਰਦਾ। ਇਸ ਸ਼ਲੋਕ ਵਿੱਚ ਇੱਕ ਰਮਜ ਹੈ ਜੋ ਸਮਝਣੀ ਜ਼ਰੂਰੀ ਹੈ। ਇਸ ਸ਼ਲੋਕ ਵਿੱਚ ਭੇਦ ਹੈ ਜਿਹਨੂੰ ਸਮਝਣਾ ਸਾਡੇ ਵਾਸਤੇ ਲਾਜ਼ਮੀ ਹੈ। ਆਓ ਸਮਝਣ ਦਾ ਯਤਨ ਕਰੀਏ। ਮੇਰੇ ਸਾਹਿਬ ਜੀ ਕਹਿਣਾ ਚਾਹੁੰਦੇ ਨੇ ਕਿ ਜਿਵੇਂ ਬਿਮਾਰੀਆਂ ਦੇ ਵਿੱਚ ਘਿਰਿਆ ਹੋਇਆ ਕੋਈ ਮਨੁੱਖ ਤੰਦਰੁਸਤੀ ਵਾਸਤੇ ਤਾਂ ਬੜੇ ਯਤਨ ਕਰਦਾ ਹੈ ਕਿ ਮੈਂ ਤੰਦਰੁਸਤ ਹੋ ਜਾਵਾਂ, ਬੜੀਆਂ ਕੋਸ਼ਿਸ਼ਾਂ ਕਰਦਾ ਤੰਦਰੁਸਤ ਹੋ ਜਾਵਾਂ, ਪਰ ਬਿਮਾਰੀ ਲਈ ਕੋਈ ਯਤਨ ਨਹੀਂ ਕਰਦਾ। ਭਾਵ ਕਿ ਬਿਮਾਰੀ ਦੀ ਰੋਕਥਾਮ ਨਹੀਂ ਕਰਦਾ, ਬਿਮਾਰੀ ਦਾ ਇਲਾਜ ਨਹੀਂ ਕਰਦਾ, ਬਿਮਾਰੀ ਦੇ ਕਾਰਨਾਂ ਬਾਰੇ ਨਹੀਂ ਜਾਣਦਾ ਕਿ ਬਿਮਾਰੀ ਪੈਦਾ ਹੀ ਕਿਉਂ ਹੋਈ। ਹਾਂ, ਤੰਦਰੁਸਤੀ ਵਾਸਤੇ ਯਤਨ ਕਰਦਾ ਹੈ। ਜਿਵੇਂ ਕੋਈ ਰੋਂਦਾ ਹੋਇਆ ਮਨੁੱਖ ਹੱਸਣ ਦੇ ਤਾਂ ਅਨੇਕਾਂ ਹੀ ਯਤਨ ਕਰੇ, ਰੋਂਦਾ ਹੋਇਆ ਮਨੁੱਖ ਅਨੇਕਾਂ ਹੱਸਣ ਦੇ ਉਪਰਾਲੇ ਕਰੇ, ਪਰ ਰੋਣ ਲਈ ਕੁਝ ਵੀ ਨਾ ਕਰੇ। ਮਤਲਬ ਕਿ ਰੋਣ ਦੇ ਕਾਰਨਾਂ ਨੂੰ ਸਮਝੇ ਹੀ ਨਾ, ਤਾਂ ਉਸ ਮਨੁੱਖ ਦੇ ਹੱਸਣ ਦੇ ਯਤਨ ਕੀ ਕਾਮਯਾਬ ਹੋਣਗੇ? ਜਿਹੜਾ ਮਨੁੱਖ ਬਿਮਾਰੀ ਦਾ ਇਲਾਜ ਨਾ ਕਰੇ, ਬਿਮਾਰੀ ਦੀ ਰੋਕਥਾਮ ਨਾ ਕਰੇ, ਕਾਰਨਾਂ ਬਾਰੇ ਜਾਣੇ ਨਾ ਅਤੇ ਤੰਦਰੁਸਤੀ ਵਾਸਤੇ ਯਤਨ ਕਰੀ ਜਾਵੇ, ਕਿ ਉਹਦੇ ਯਤਨ ਸਫਲ ਹੋ ਜਾਣਗੇ? ਨਹੀਂ ਹੋਣਗੇ। ਹਾਂ, ਬਸ ਆਹ ਰਮਜ ਹੈ। ਤਾਂ ਸਾਹਿਬ ਕਹਿੰਦੇ ਹਨ ਕਿ ਹੇ ਮਨ, ਮਾਇਆ ਦੇ ਜਾਲ ਵਿੱਚ ਫਸ ਕੇ ਜਿਹੜੇ ਮਨੁੱਖਾਂ ਦੀ ਚਾਹਤ ਹੀ ਬਦਲ ਗਈ,
ਚਾਹੀਦਾ ਕੁਝ ਹੋਰ ਸੀ ਤੇ ਕਰਦਾ ਕੁਝ ਹੋਰ ਪਿਆ। ਇਹਦੀ ਚਾਹਤ ਬਦਲ ਗਈ ਹੈ, ਸੋਚ ਬਦਲ ਗਈ ਹੈ। ਉਹ ਦੁੱਖਾਂ ਦੇ ਸਤਾਏ ਸੁੱਖ ਲੱਭਦੇ ਨੇ ਅਤੇ ਸੁੱਖਾਂ ਵਾਸਤੇ ਅਨੇਕਾਂ ਹੀ ਉਪਰਾਲੇ, ਅਨੇਕਾਂ ਹੀ ਯਤਨ ਕਰਦੇ ਨੇ। ਪਰ ਚਾਹੀਦਾ ਸੀ ਕਿ ਦੁੱਖਾਂ ਲਈ ਕੋਈ ਯਤਨ ਕਰਦੇ, ਇਹ ਸਮਝਣ ਦਾ ਯਤਨ ਕਰਦੇ ਕਿ ਦੁੱਖਾਂ ਦਾ ਕਾਰਨ ਕੀ ਹੈ, ਇਹ ਸਮਝਣ ਦਾ ਯਤਨ ਕਰਦੇ ਕਿ ਦੁੱਖ ਆਉਂਦੇ ਹੀ ਕਿਉਂ ਨੇ, ਬੰਦਾ ਦੁਖੀ ਹੁੰਦਾ ਹੀ ਕਿਉਂ ਹੈ। ਜੇ ਇਹਨਾਂ ਬਾਰੇ ਇਹ ਸਮਝ ਲੈਂਦਾ, ਯਤਨ ਕਰ ਲੈਂਦਾ, ਜਾਣ ਲੈਂਦਾ, ਤਾਂ ਸੁੱਖਾਂ ਲਈ ਯਤਨ ਕਰਨ ਦੀ ਲੋੜ ਹੀ ਨਾ ਪੈਂਦੀ, ਕਿਉਂਕਿ ਦੁੱਖਾਂ ਦਾ ਨਾ ਹੋਣਾ ਹੀ ਸੁੱਖ ਹੈ। ਬਸ ਮੇਰੇ ਸਤਿਗੁਰੂ ਇਹ ਸਮਝਾਉਣ ਦਾ ਯਤਨ ਕਰਦੇ ਨੇ ਕਿ ਦੁੱਖ ਨਾ ਆਵੇ, ਦੁੱਖ ਨਾ ਹੋਵੇ। ਯਤਨ ਕਰਨਾ ਤੇ ਇਹਦੇ ਵਾਸਤੇ ਕਰ, ਸੁੱਖਾਂ ਵਾਸਤੇ ਤੈਨੂੰ ਯਤਨ ਕਰਨ ਦਾ ਕੋਈ ਲਾਭ ਨਹੀਂ। ਤਾਂ ਆਖ ਨਾਨਕ ਸੁਣ ਓਏ ਮਨਾ, ਇਹੀ ਪ੍ਰਭੂ ਦਾ ਹੁਕਮ ਹੈ, ਇਹੀ ਉਹਦੀ ਰਜ਼ਾ ਹੈ। ਜੋ ਹਰੀ ਪ੍ਰਭੂ ਸੱਚ ਸਿਧਾਂਤ ਅਤੇ ਅਟਲ ਨਿਯਮ ਹੋ ਕੇ ਕਾਇਨਾਤ ਵਿੱਚ ਵਿਚਰਦਾ ਹੈ ਨਾ, ਉਸ ਸੱਚ ਸਿਧਾਂਤ ਨੂੰ ਜੋ ਚੰਗਾ ਲੱਗੇ ਹੁੰਦਾ ਉਹੀ ਹੈ। ਤੇਰੇ ਯਤਨ ਜਿਹੜੇ ਨੇ ਨਿਯਮ ਅਨੁਸਾਰ ਤੇ ਕੰਮ ਆਣਗੇ, ਬਿਨਾਂ ਨਿਯਮ ਤੇਰੇ ਯਤਨ ਅਸਫਲ ਨੇ, ਬੇਅਰਥ ਨੇ। ਇਸ ਵਾਸਤੇ ਹੋਣਾ ਉਹੀ ਹੈ ਜੋ ਸੱਚ ਸਿਧਾਂਤ ਨੂੰ ਚੰਗਾ ਲੱਗਦਾ ਹੈ। ਮਤਲਬ ਕਿ ਕੁਦਰਤੀ ਨਿਯਮ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ। ਗੁਰੂ ਕਰਨ ਕਿਰਪਾ, ਮਿਹਰ ਕਰਨ ਤੇ ਇਹ ਵਿਚਾਰ ਨੂੰ ਅਸੀਂ ਸਮਝ ਸਕੀਏ। ਅੱਜ ਵਾਸਤੇ ਇੰਨੀ ਵਿਚਾਰ ਪ੍ਰਵਾਨ ਕਰਨੀ। ਅਗਲੀ ਵਿਚਾਰ ਆਉਣ ਵਾਲੀ ਵੀਡੀਓ ਵਿੱਚ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।